गुड मॉर्निंग स्टूडेंट्स। ਆਪਾਂ ਕੱਲ ਸੁਖਦੀਪ ਕੌਰ ਦਾ ਪਾਤਰ ਪੜ੍ਹਿਆ ਸੀਗਾ ਦੂਜਾ ਵਿਆਹ ਇਕਾਂਗੀ ਦੇ ਵਿੱਚ। ਅੱਜ ਆਪਾਂ ਜਿਹੜੀ ਮਨਜੀਤ ਕੌਰ ਹੈ ਉਹਨਾਂ ਦੀ ਨੂੰਹ ਉਹਦੇ ਬਾਰੇ ਪੜਾਂਗੇ ਤੇ ਕੁਝ ਹੋਰ ਪ੍ਰਸ਼ਨ ਜਿੰਨੇ ਵੀ ਆਪਾਂ ਅੱਜ ਪੜ੍ਹ ਸਕਦੇ ਕਰ ਸਕਦੇ ਹਾਂ ਉਹਨਾਂ ਬਾਰੇ ਗੱਲ ਕਰਾਂਗੇ। ਮਨਜੀਤ ਸੰਤ ਸਿੰਘ ਸੇਖੋਂ ਦੇ ਇਕਾਂਗੀ ਨਾਟਕ ਦੂਜਾ ਵਿਆਹ ਦੀ ਇੱਕ ਮੁੱਖ ਇਸਤਰੀ ਪਾਤਰ ਹੈ। ਉਹ ਗੁਰਦਿੱਤ ਸਿੰਘ ਤੇ ਨਿਹਾਲ ਕੌਰ ਦੇ ਬੇਟੇ ਸੁਖਦੇਵ ਦੀ ਪਤਨੀ ਹੈ। ਮਨਜੀਤ ਇੱਕ ਆਧੁਨਿਕ ਖਿਆਲਾਂ ਵਾਲੀ ਪੜ੍ਹੀ ਲਿਖੀ ਮੁਟਿਆਰ ਹੈ। ਹੁਣ ਉਹਦੇ ਪਾਤਰ ਉਹਦੇ ਵਿੱਚ ਉਹਦੇ ਜਿਹੜਾ ਚਰਿੱਤਰ ਹੈਗਾ ਉਹਦੇ ਵਿੱਚ ਸਾਨੂੰ ਕਿਹੜੇ ਕਿਹੜੇ ਗੁਣ ਮਿਲਦੇ ਆ ਉਹ ਥੱਲੇ ਆਪਾਂ ਹੈਡਿੰਗ ਬਣਾ ਕੇ ਲਿਖਣੀ ਹੈ ਇਸ ਤਰ੍ਹਾਂ। ਤੇ ਬਾਕੀ ਬੇਟੇ ਜਿਹੜਾ ਇਸ ਪਾਠ ਦੇ ਵਿੱਚ ਜਿਹੜਾ ਜਿੰਨੇ ਵੀ ਇਹ ਪਾਤਰ ਆਪਾਂ ਕਰ ਰਹੇ ਹਾਂ ਤੁਸੀਂ ਇੱਥੇ ਦੇਖਦੇ ਹੋਵੋਗੇ ਕਿ ਇੱਕ ਥੋੜੇ ਵੱਡੇ ਲਿਖੇ ਹੋਏ ਆ। ਕਾਰਨ ਇਹ ਹੈ ਕਿ ਜੇਕਰ ਆਪਾਂ ਥੋੜਾ ਵੱਡਾ ਪੜਾਂਗੇ ਤਾਂ ਤੁਹਾਨੂੰ ਥੋੜਾ ਘੱਟ ਯਾਦ ਵੀ ਰਹੂਗਾ ਤੇ ਸਾਡੇ ਜਿਹੜੀ ਹੋਣੀ ਆ ਪ੍ਰਸ਼ਨ ਦੀ ਜਿਹੜੀ ਇੱਕ ਲੈਂਥ ਹੋਣੀ ਹੈ ਕਿ ਕਿੰਨੇ ਉੱਤਰਾਂ ਵਾਲਾ ਕਿੰਨੇ ਸ਼ਬਦਾਂ ਵਾਲਾ ਆਪਾਂ ਉੱਤਰ ਲਿਖਣਾ ਹੈ ਉਹ ਸਹੀ ਰਹੂਗੀ। ਠੀਕ ਹੈ, ਇਸ ਲਈ ਇਹਦਾ ਜਿਹੜੀ ਜਿਹੜਾ ਸਾਡਾ ਪਾਤਰ ਦਾ ਉੱਤਰ ਹੈਗਾ ਆ ਉਹ ਥੋੜਾ ਲੰਬਾ ਹੋ ਸਕਦਾ ਹੈ ਪਰ ਪੇਪਰ ਦੇ ਵਿੱਚ ਤੁਸੀਂ ਇਹ ਤੋਂ ਥੋੜਾ ਘੱਟ ਵੀ ਲਿਖੋਗੇ ਤਾਂ ਵੀ ਠੀਕ ਰਹੇਗਾ। ਪੜ੍ਹਦੇ ਹਾਂ ਆਪਾਂ। ਸਿਆਣੀ ਮੁਟਿਆਰ। ਮਨਜੀਤ ਕੌਰ ਇੱਕ ਸਿਆਣੀ ਮੁਟਿਆਰ ਹੈ। ਉਹ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ, ਸਗੋਂ ਹਾਸੇ ਠੱਠੇ ਵਿੱਚ ਤਾਲ ਛੱਡਦੀ ਹੈ। ਉਹ ਆਪਣੀ ਸੱਸ ਦੇ ਬੁਰਾ ਭਲਾ ਕਹਿਣ ਤੇ ਵੀ ਉਸ ਨਾਲ ਆਦਰ ਨਾਲ ਪੇਸ਼ ਆਉਂਦੀ ਹੈ। ਰਿਸ਼ਤੇ ਦੀ ਮਰਿਆਦਾ ਬਣਾਈ ਰੱਖਦੀ ਹੈ। ਪਰਿਵਾਰ ਦੇ ਜੀਆਂ ਦੀ ਪਸੰਦ ਤੋਂ ਜਾਣੂ ਰਹਿਣ ਵਾਲੀ, ਆਪਣੇ ਸਹੁਰੇ ਘਰ ਦੇ ਸਾਰੇ ਜੀਆਂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਚਾਹੇ ਕਿ ਉਸਦੇ ਵਿਆਹ ਨੂੰ 2.5 ਸਾਲ ਹੀ ਹੋਏ ਹਨ, ਉਹ ਜਾਣਦੀ ਸੀ ਕਿ ਉਹਦੇ ਸਹੁਰੇ ਨੂੰ ਖੜਵੀ ਭਾਜੀ ਪਸੰਦ ਹੈ, ਸੁਖਦੇਵ ਨੂੰ ਕੜਾਹ ਪਸੰਦ ਹੈ ਤੇ ਨਿਹਾਲ ਕੌਰ ਨੂੰ ਉਹਨੂੰ ਮਿਹਣੇ ਮਾਰਨੀ। ਪਿੰਡ ਦੀ ਇਸਤਰੀ ਸਭਾ ਦੀ ਮੈਂਬਰ, ਉਹ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਹੈ। ਇਸੇ ਕਾਰਨ ਹੀ ਉਹ ਪਿੰਡ ਵਿੱਚ ਬਣੀ ਇਸਤਰੀ ਸਭਾ ਦੀ ਮੈਂਬਰ ਵੀ ਹੈ। ਇਹ ਇਸਤਰੀ ਸਭਾ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦਿਵਾਉਣ ਵਿੱਚ ਮਦਦ ਕਰਦੀ ਹੈ। ਪੜ੍ਹਾਈ ਵਿੱਚ ਰੁਚੀ ਰੱਖਣ ਵਾਲੀ, ਉਹਨੂੰ ਪੜ੍ਹਨ ਦਾ ਸ਼ੌਕ ਹੈ। ਉਹ ਆਪਣੀ ਇਸ ਆਦਤ ਲਈ ਆਪਣੀ ਸੱਸ ਕੋਲੋਂ ਝਿੜਕਾਂ ਵੀ ਖਾਂਦੀ ਹੈ। ਸੱਸ ਨਾਲ ਮਖੌਲ ਕਰਨ ਵਾਲੀ, ਉਹ ਆਪਣੀ ਸੱਸ ਨਿਹਾਲ ਕੌਰ ਨੂੰ ਜਾਣਬੁੱਝ ਕੇ ਹਾਸੇ ਠੱਠੇ ਲਈ ਪਰੇਸ਼ਾਨ ਵੀ ਕਰਦੀ ਹੈ। ਕਦੇ ਤਾਂ ਉਹ ਆਪਣੇ ਪਿਤਾ ਨੂੰ ਥਾਣੇਦਾਰ ਦੀ ਅਰਜ਼ੀ ਦੇਣ ਦਾ ਜ਼ਿਕਰ ਕਰਦੀ ਹੈ, ਕਦੇ ਉਹ ਕਾਂ ਦੇ ਬੋਲਣ ਤੇ ਆਪਣੇ ਵੀਰ ਦੇ ਆਉਣ ਦੀ ਗੱਲ ਕਹਿ ਕੇ ਨਿਹਾਲ ਕੌਰ ਨੂੰ ਪਰੇਸ਼ਾਨ ਕਰਦੀ ਹੈ। ਨਿਹਾਲ ਕੌਰ ਨੂੰ ਵੀ ਮੰਨਣਾ ਪੈਂਦਾ ਹੈ, ਮਖੌਲ ਕਰਨਾ ਬਥੇਰਾ ਜਾਣਦੀ ਹੈ। ਦੂਜੇ ਵਿਆਹ ਦਾ ਡਰਾਵਾ ਦੇਣ ਵੇਲੇ ਉਹ ਆਪਣੀ ਸੱਸ ਨੂੰ ਕਹਿੰਦੀ ਹੈ, ਮੈਂ ਮਗਰੋਂ ਨਹੀਂ ਲੈਣ ਵਾਲੀ ਐਡੀ ਸੌਖੀ, ਤੁਸੀਂ ਕਰੋ ਸਹੀ ਆਪਣੇ ਪੁੱਤਰ ਦਾ ਦੂਜਾ ਵਿਆਹ, ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ, ਮਰਨ ਵਰਤ ਧਾਰਨੋਂ ਗਾਂਧੀ ਬਣ। ਪਤੀ ਦਾ ਕਹਿਣਾ ਮੰਨਣ ਵਾਲੀ। ਮਨਜੀਤ ਆਪਣੇ ਪਤੀ ਸੁਖਦੇਵ ਦਾ ਕਹਿਣਾ ਮੰਨਣ ਵਾਲੀ ਅਤੇ ਖਿਆਲ ਰੱਖਣ ਵਾਲੀ ਪਤਨੀ ਹੈ। ਉਹ ਸੁਖਦੇਵ ਦੇ ਨਹਾਉਣ ਲਈ ਪਾਣੀ ਭਰ ਕੇ ਰੱਖਦੀ ਹੈ। ਉਹ ਉਸ ਲਈ ਖਾਣਾ ਬਣਾ ਕੇ ਰੱਖਦੀ ਹੈ ਤੇ ਆਦਰ ਸਤਿਕਾਰ ਨਾਲ ਖਾਣਾ ਪਰੋਸਦੀ ਵੀ ਹੈ। ਆਪਣੀ ਨਨਾਣ ਪ੍ਰਤੀ ਫਿਕਰਮੰਦ। ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਉਸਦੀ ਨਨਾਣ ਦਾ ਪਤੀ ਸ਼ਰਾਬ ਪੀ ਕੇ ਉਸਨੂੰ ਮਾਰਨ ਨੂੰ ਪੈਂਦਾ ਹੈ ਤੇ ਦੂਸਰੇ ਵਿਆਹ ਦੀਆਂ ਧਮਕੀਆਂ ਦਿੰਦਾ ਹੈ ਤਾਂ ਉਹ ਇਸਤਰੀ ਸਭਾ ਦੀ ਸਹਾਇਤਾ ਨਾਲ ਉਸਨੂੰ ਨਿਆਂ ਦਿਲਾਉਣ ਦੀ ਗੱਲ ਕਰਦੀ ਹੈ। ਹੁਣ ਬੇਟੇ ਇਹ ਸੀਗਾ ਸਾਡਾ ਪਾਤਰ ਮਨਜੀਤ ਦਾ। ਤੇ ਜਿਹੜਾ ਤੀਸਰਾ ਮੁੱਖ ਪਾਤਰ ਹੈਗਾ ਸਾਡਾ ਇਸ ਇਕਾਂਗੀ ਦੇ ਵਿੱਚ ਉਹ ਹੈਗਾ ਸੁਖਦੇਵ। ਸੁਖਦੇਵ ਸੰਤ ਸਿੰਘ ਸੇਖੋਂ ਇਕਾਂਗੀ ਨਾਟਕ ਦੂਜਾ ਵਿਆਹ ਦਾ ਇੱਕ ਪ੍ਰਮੁੱਖ ਪਾਤਰ ਹੈ। ਉਹ ਗੁਰਦਿੱਤ ਸਿੰਘ ਅਤੇ ਨਿਹਾਲ ਕੌਰ ਦਾ ਬੇਟਾ ਹੈ। ਸੁਖਦੇਵ ਕੌਰ ਦਾ ਭਰਾ ਮਨਜੀਤ ਕੌਰ ਉਸਦੀ ਪਤਨੀ ਹੈ। ਸੁਖਦੇਵ ਸਿੰਘ ਇੱਕ ਫੌਜੀ ਹੈ। ਨਵੀਂ ਪੀੜ੍ਹੀ ਦਾ ਨੌਜਵਾਨ। ਸੁਖਦੇਵ ਸਿੰਘ ਅਗਾਂਹ-ਵਧੂ ਖਿਆਲਾਂ ਵਾਲਾ ਨੌਜਵਾਨ ਹੈ। ਉਹ ਨਹੀਂ ਚਾਹੁੰਦਾ ਹੈ ਕਿ ਉਸਦੀ ਪਤਨੀ ਉਸਨੂੰ ਸਰਦਾਰ ਜੀ ਕਹੇ, ਸਗੋਂ ਉਹ ਉਸਨੂੰ ਆਪਣਾ ਨਾਂ ਲੈ ਕੇ ਬੁਲਾਉਣ ਲਈ ਕਹਿੰਦਾ ਹੈ। ਆਪਣੀ ਮਾਂ ਦੇ ਸੁਭਾਅ ਤੋਂ ਜਾਣੂ। ਉਹ ਆਪਣੀ ਮਾਂ ਦੇ ਸੁਭਾਅ ਤੋਂ ਜਾਣੂ ਹੈ, ਇਸੇ ਕਰਕੇ ਉਹ ਉਸਦੀ ਹਰ ਗੱਲ ਨੂੰ ਹਾਸੇ ਵਿੱਚ ਪਾ ਛੱਡਦਾ ਹੈ। ਜਦੋਂ ਉਸਦੀ ਮਾਂ ਉਸਦੇ ਦੂਜੇ ਵਿਆਹ ਦੀ ਗੱਲ ਕਰਦੀ ਹੈ ਤਾਂ ਉਹ ਕਹਿੰਦਾ ਹੈ ਕਿ ਚੰਗਾ ਹੋਵੇਗਾ ਕਿ ਮਨਜੀਤ ਉਸ ਕੋਲ ਛਾਉਣੀ ਵਿੱਚ ਰਿਹਾ ਕਰੂ ਤੇ ਦੂਸਰੀ ਪਤਨੀ ਉਸਦੇ ਕੋਲ। ਹਾਲਾਂਕਿ ਉਹ ਆਪਣੀ ਮਾਂ ਦੇ ਇਸ ਦਰਦ ਨੂੰ ਵੀ ਸਮਝਦਾ ਹੈ ਕਿ ਉਸਦੀ ਮਾਂ ਨੂੰ ਜਾਪਦਾ ਹੈ ਕਿ ਇਸਤਰੀ ਤੇ ਕਾਬੂ ਰੱਖਣ ਲਈ ਦੂਜੇ ਵਿਆਹ ਦੀ ਧਮਕੀ ਦੇਣਾ ਜ਼ਰੂਰੀ ਹੈ, ਕਿਉਂਕਿ ਉਸਨੂੰ ਉਸਦੇ ਪਤੀ ਗੁਰਦਿੱਤ ਸਿੰਘ ਕੋਲੋਂ ਇਹ ਧਮਕੀ ਮਿਲਦੀ ਰਹੀ ਸੀ। ਆਪਣੇ ਕੰਮ ਆਪ ਕਰਨ ਵਾਲਾ, ਉਹ ਆਪਣੇ ਕੰਮ ਆਪ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ। ਜਦੋਂ ਮਨਜੀਤ ਉਸਦੇ ਨਹਾਉਣ ਦਾ ਪ੍ਰਬੰਧ ਕਰਦੀ ਹੈ ਤਾਂ ਉਹ ਉਸਨੂੰ ਕਹਿੰਦਾ ਹੈ ਕਿ ਉਹ ਆਪਣਾ
रसोई का काम करे वो अपने आप ही नहा लेगा। अपनी भैन नूं प्यार करन वाला वो अपनी भैन दे घर लई फिक्रमंद है। जदों वो अपनी भैन की चिट्ठी पढ़ता है ते अपने जीजे के दूजे विआह की धमकी बारे जानता है ते वो गुस्से नाल कहता है, मखौल ही है दूजा विआह, असीं मर गए हाँ, मुजारियां नालों भी माड़े हाँ असीं। वो अपने माता पिता नूं प्यार भी करता है ते उन्हां दा सत्कार भी करता है। ते जिहड़ी कुछ होर वार्तालाप जिहड़ी महत्वपूर्ण हैगी है साडी किताब दे विच, ਉਹਦੇ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਹੋਰ ਅੱਗੇ ਆਪਾਂ ਜਿਹੜੇ ਪੜ੍ਹਦੇ ਹਾਂ। ਘੜੀ ਦੇ ਗਿਆ ਵਜੇ ਦੇਖਣ ਨੂੰ, ਪਤਾ ਨਹੀਂ ਕੀ ਸਿਰ ਪਾ ਲਿਆ ਮੁੰਡੇ ਦੇ। ਅਸੀਂ ਤਾਂ ਉਮਰਾਂ ਨੰਗਾ ਲਈਆਂ ਕਦੇ ਘੜੀ, ਕੁੜੀ ਨਾ ਦੇਖੀ ਤੇ ਨਾ ਸਾਨੂੰ ਇਹ ਦੇਖਣੀ ਆਉਂਦੀ ਹੈ। ਧੁੱਪ ਦੇ ਹਿਸਾਬ ਸਾਰੇ ਕੰਮ ਵੇਲੇ ਸਿਰ ਕਰ ਲਈਦੇ ਸੀ। ਇਹ ਹੁਣ ਘੜੀ ਦੀਆਂ ਸ਼ੌਕੀਨਾਂ ਘੜੀ ਦੇਖੇ ਬਿਨਾਂ ਮੰਜੇ ਤੋਂ ਨਹੀਂ ਉੱਠਦੀਆਂ। ਇਹ ਸ਼ਬਦ ਕਿਸਨੇ ਕਿਸਨੂੰ ਕਹੇ ਕਿਸੇ ਕਾਂਗੀ ਵਿੱਚੋਂ, ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਦੂਜਾ ਵਿਆਹ ਹੈ। ਕਾਂਗੀ ਚੋਂ ਇਹ ਸ਼ਬਦ ਕਿਸਨੇ ਕਿਸਨੂੰ ਕਹੇ? ਨਿਹਾਲ ਕੌਰ ਆਪਣੀ ਮਨਜੀਤ ਕੌਰ ਨੂੰ ਇਹ ਸ਼ਬਦ ਕਹਿੰਦੀ ਹੈ ਜਦੋਂ ਕਿ ਜਿਹੜੀ ਉਹਦੀ ਸੱਸ ਆ ਨਿਹਾਲ ਕੌਰ ਮਨਜੀਤ ਕੌਰ ਨੂੰ ਕਹਿੰਦੀ ਹੈ ਕਿ ਉਹ ਕੰਮ ਕਰ ਲਵੇ ਉੱਠ ਕੇ, ਤੇ ਉਹ ਮਨਜੀਤ ਕੌਰ ਦੱਸਦੀ ਹੈ ਕਿ ਹਜੇ ਟਾਈਮ ਨਹੀਂ ਹੋਇਆ ਤੇ ਟਾਈਮ ਦੇ ਹਿਸਾਬ ਨਾਲ ਸਾਰਾ ਕੰਮ ਕਰ ਲੂਗੀ। ਤਾਂ ਉਹ ਅਜਿਹੇ ਸ਼ਬਦ ਨੂੰ ਕਹਿੰਦੀ ਹੈ। ਘੜੀ ਕਿਸਨੇ ਕਿਸਨੂੰ ਦਿੱਤੀ ਸੀ? ਘੜੀ ਮਨਜੀਤ ਨੂੰ ਉਸਦੇ ਪਤੀ ਸੁਖਦੇਵ ਨੇ ਦਿੱਤੀ ਸੀ। ਪੜ੍ਹਨ ਬੈਠ ਗਈ ਸੀ, ਇਹ ਵੀ ਕੰਮ ਸੀ ਮੇਰਾ। ਪੜ੍ਹਾ ਦਿੱਤੀ ਹੈ ਮਾਂ ਨੇ 4 ਅੱਖਰ ਤੇ ਦਿਖਾਉਂਦੀ ਹੈ ਸਭ ਨੂੰ ਵਿਦਵਾਨ ਬਣ ਕੇ। ਇੱਕ ਗੁਆਂਢਣ ਮਿਲ ਗਈ ਹੈ ਉਹੋ ਜਿਹੀ ਨੂੰ। ਹੁਣ ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਲਏ ਗਏ ਹਨ। ਸਾਨੂੰ ਪਤਾ ਕਿ ਦੂਜੀ ਵਿਆਹ ਕਾਂਗੀ ਦੇ ਵਿੱਚੋਂ ਲਏ ਸ਼ਬਦ ਇਹ ਕਿਸਨੇ ਕਿਸਨੂੰ ਕਹੇ? ਇਹ ਸ਼ਬਦ ਵੀ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਕੌਰ ਨੂੰ ਉਦੋਂ ਕਹੇ ਜਦੋਂ ਉਹ ਆਖਦੀ ਹੈ ਕਿ ਮੈਂ ਜ਼ਰਾ ਪੜ੍ਹਨ ਲਈ ਬੈਠ ਗਈ ਸੀ। ਇਹ ਸ਼ਬਦ ਕਹਿਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ? ਆਡਾ ਲਾਉਣ ਵਾਲਾ ਤੇ ਲੜਾਕਾ, ਮਤਲਬ ਕਿ ਗੁੱਸੇ ਵਾਲਾ ਸੁਭਾਅ ਜਾਪਦਾ ਹੈ ਕਿ ਬਿਨਾਂ ਵਜ੍ਹਾ ਲੜਾਈ ਕਰਨ ਵਾਲਾ ਸੁਭਾਅ ਜਾਪਦਾ। ਇਸ ਤਰ੍ਹਾਂ ਵੀ ਤੁਸੀਂ ਲਿਖ ਸਕਦੇ। ਹਾਂ, ਮੈਥੋਂ ਪੁੱਛ ਕੇ ਮੇਰੇ ਪੁੱਛਣ ਨੂੰ ਬਹੁਤ ਉਡੀਕਦੀ ਹੈ ਤੂੰ, ਕਹਿ ਗਈ ਹੋਵੇਗੀ ਜਾਂਦੀ ਜਾਂਦੀ ਮੈਨੂੰ ਪੁੱਛਿਆ ਸੀ, ਸਭਾ ਦੀ ਮੈਂਬਰ ਬਣਨ ਲੱਗੀ ਨਹੀਂ। ਹੋਰ ਨਵਾਂ ਢੰਗ ਕੱਢਿਆ ਇਹਨਾਂ ਨੇ ਖਸਮਾਂ ਨੂੰ ਵਸ ਕਰਨ ਦਾ। ਇਉਂ ਤੂੰ ਮੇਰੇ ਮੁੰਡੇ ਦੇ ਲਾਇਕ ਬਣ ਜਾਵੇਂਗੀ ਸਭਾ ਦੀ ਮੈਂਬਰ ਬਣ ਕੇ। ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਲਏ ਗਏ? ਦੂਜਾ ਵਿਆਹ ਕਾਂਗੀ। ਇਹ ਸ਼ਬਦ ਕਿਸਨੇ ਕਿਸਨੂੰ ਕਹੇ? ਫਿਰ ਨਿਹਾਲ ਕੌਰ ਨੇ ਮਨਜੀਤ ਕੌਰ ਨੂੰ ਕਹੇ ਸੀ। ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਕੀ ਸਮਝਦੀ ਸੀ? ਨਿਹਾਲ ਕੌਰ ਇਸਤਰੀਆਂ ਦੀ ਸਭਾ ਦਾ ਉਦੇਸ਼ ਉਹਨਾਂ ਦੁਆਰਾ ਪਤੀਆਂ ਨੂੰ ਵਸ ਵਿੱਚ ਰੱਖਣ ਦੀ ਕੋਸ਼ਿਸ਼ ਸਮਝਦੀ ਸੀ। ਫਿਰ ਹੋਰ ਵਾਰਤਾਲਾਪ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਉੱਤਰਿਆ। ਚਬਰ ਨਾ ਕਰੀ ਜਾ, ਐਵੇਂ ਮਖੌਲ ਹੀ ਜਾਣ ਲਿਆ ਇਹਨੇ ਮੈਨੂੰ। ਆਉਣ ਦੇ ਤੇਰੀ ਸਕੱਤਰ ਨੂੰ, ਖੁਆਊਂ ਉਹਨੂੰ ਕੜਾ, ਗੁੱਤੋਂ ਪੜ ਕੇ ਬਾਹਰ ਨਾ ਕੱਢ ਦੇਵਾਂ ਦੋਵਾਂ ਨੂੰ। ਇਹ ਸ਼ਬਦ ਕਿਸੇ ਕਾਂਗੀ ਵਿੱਚੋਂ? ਦੂਜਾ ਵਿਆਹ ਇਕਾਂਗੀ। ਇਹ ਸ਼ਬਦ ਕਿਸਨੇ ਕਿਸਨੂੰ ਕਹੇ? ਇਹ ਨਿਹਾਲ ਕੌਰ ਨੇ ਆਪਣੀ ਨੂੰਹ ਮਨਜੀਤ ਕੌਰ ਨੂੰ ਕਹੇ। ਨਿਹਾਲ ਕੌਰ ਸਕੱਤਰ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੀ ਹੈ? ਨਿਹਾਲ ਕੌਰ ਜਿਹੜੀ ਇਸਤਰੀ ਸਭਾ ਦੀ ਸਕੱਤਰ ਆ ਉਹਨੂੰ ਅਪਮਾਨ ਭਰਿਆ ਸਲੂਕ ਕਰਨਾ ਚਾਹੁੰਦੀ, ਮਤਲਬ ਉਹਦਾ ਨਿਰਾਦਰ ਕਰਨਾ ਚਾਹੁੰਦੀ। ਨਹੀਂ ਜੀ, ਮਾਂ ਜੀ ਦੀ ਸੇਵਾ ਕਰਨ ਨੂੰ ਮੈਂ ਰਹੂੰ ਇੱਥੇ। ਮਾਂ ਜੀ ਨੂੰ ਮੇਰੀ ਸੇਵਾ ਬਹੁਤ ਪਸੰਦ ਆਈ ਲੱਗਦੀ ਹੈ। ਹੁਣ ਇਹ ਵੀ ਦੂਜਾ ਵਿਆਹ ਇਕਾਂਗੀ ਵਿੱਚੋਂ ਲਏ ਗਏ ਸ਼ਬਦ ਹੈ। ਇਹ ਕਿਸਨੇ ਕਿਸਨੂੰ ਕਹੇ? ਮਨਜੀਤ ਨੇ ਆਪਣੇ ਪਤੀ ਸੁਖਦੇਵ ਤੇ ਸੱਸ ਨਿਹਾਲ ਕੌਰ ਨੂੰ ਕਹੇ ਇਹ ਸ਼ਬਦ। ਇਹ ਸ਼ਬਦ ਕਹਿਣ ਵਾਲੇ ਦਾ ਲਹਿਜਾ ਕਿਹੋ ਜਿਹਾ ਹੈ? ਵਿਅੰਗ ਭਰਿਆ। ਵਿਅੰਗ ਕੀ ਹੁੰਦਾ ਕਿ ਆਪਾਂ ਕੋਈ ਗੱਲ ਕਰਦੇ ਹਾਂ ਉਹਦੇ ਜਿਹੜੇ ਮਤਲਬ ਹੁੰਦਾ ਉਹ ਕੁਝ ਹੋਰ ਨਿਕਲ ਸਕਦਾ ਹੈ। ਵਿਅੰਗ ਮਤਲਬ ਕਿ ਸੇਵਾ ਦਾ ਭਾਵ ਜਿਸ ਤਰ੍ਹਾਂ ਇੱਥੇ ਹੈਗਾ ਆ, ਇਹਦੇ ਉੱਤੇ ਇੱਕ ਵਿਅੰਗ ਆ ਕਿ ਮਾਤਾ ਨੂੰ ਮੇਰੀ ਸੇਵਾ ਬਹੁਤ ਪਸੰਦ ਆ ਮਾਂ ਜੀ। ਅਸਲ 'ਚ ਉਹਨੂੰ ਸੇਵਾ ਪਸੰਦ ਨਹੀਂ ਗੀ, ਇਸੇ ਕਰਕੇ ਉਹ ਉਹਨੂੰ ਇਹ ਗੱਲ ਕਹਿ ਰਹੀ ਹੈ ਕਿ ਇਸ ਤਰ੍ਹਾਂ ਵਿਅੰਗ ਹੁੰਦਾ ਕਹਿ ਸਕਦੇ ਹਾਂ। ਤੇ ਤੋਂ ਬਿਨਾਂ ਹੀ ਮਾਂ ਜੀ 2 ਚਿੱਠੀਆਂ ਪਾ ਚੁੱਕੀ ਆ। ਆਪਣੀ ਧੀ ਨੂੰ ਤਾਂ ਪੁੱਛਿਓ ਕਦੇ ਕਿੰਨਾ ਪਿਆਰ ਕਰਦੀ ਆ ਉਹਨੂੰ। ਇਹ ਸ਼ਬਦ ਕਿਸੇ ਕਾਂਗੀ ਵਿੱਚੋਂ ਲਏ ਗਏ? ਦੂਜਾ ਵਿਆਹ ਕਾਂਗੀ ਵਿੱਚੋਂ ਲਏ ਗਏ। ਸ਼ਬਦ ਕਿਸਨੇ ਕਿਸਨੂੰ ਕਹੇ? ਇਹ ਸ਼ਬਦ ਮਨਜੀਤ ਨੇ ਆਪਣੀ ਸੱਸ ਨਿਹਾਲ ਕੌਰ ਨੂੰ ਕਹੇ। ਕਿਸਨੇ ਕਿਸ ਨੂੰ 2 ਚਿੱਠੀਆਂ ਪਾਈਆਂ? ਮਨਜੀਤ ਨੇ ਆਪਣੀ ਨਨਾਣ ਸੁਖਦੇਵ ਕੌਰ ਨੂੰ 2 ਚਿੱਠੀਆਂ ਪਾਈਆਂ ਸਨ। ਹੁਣ ਆਪਾਂ ਅੱਜ ਇੱਥੇ ਤੱਕ ਪੜ੍ਹਦੇ ਹਾਂ ਬੇਟੇ। ਇਸ ਤੋਂ ਅੱਗੇ ਫਿਰ ਜਿਹੜੇ ਹੋਰ ਪ੍ਰਸ਼ਨ ਆ
ਬਣ ਸਕਦੇ ਆ ਪਾਠ ਦੇ ਵਿੱਚੋਂ। ਕੱਲ੍ਹ ਉਹਨਾਂ ਬਾਰੇ ਪੜ੍ਹਾਂਗੇ, ਫਿਰ ਮਿਲਦੇ ਹਾਂ। ਹੈਵ ਏ ਨਾਈਸ ਡੇ।